सो इस वेले दी वड्डी खबर आ रही है। ਸਿੰਘੂ ਬਾਰਡਰ ਦੇ ਉੱਤੇ ਪੱਤਰਕਾਰਾਂ ਦੇ ਉੱਤੇ ਹਮਲਾ ਕੀਤਾ ਹੈ ਪੁਲਿਸ ਨੇ ਪੱਤਰਕਾਰਾਂ ਨੂੰ ਕੁੱਟਿਆ ਤੇ ਜ਼ਬਰੀ ਚੁੱਕ ਕੇ ਲੈ ਗਈ। ਦੋ ਪੱਤਰਕਾਰ ਹਾਲੇ ਵੀ ਗਾਇਬ ਨੇ। ਅਲੀਪੁਰ ਪੁਲਿਸ ਸਟੇਸ਼ਨ ਦੇ ਬਾਹਰ ਵੱਡੀ ਗਿਣਤੀ ਵਿੱਚ ਪੱਤਰਕਾਰ ਉੱਥੇ ਇਕੱਠੇ ਹੋਏ ਨੇ ਤੇ ਉਹ ਮੰਗ ਕਰ ਰਹੇ ਨੇ ਕਿ ਦੋ ਪੱਤਰਕਾਰ ਤੁਸੀਂ ਕਿੱਥੇ ਗਾਇਬ ਕੀਤੇ ਨੇ। ਸੋ ਵੱਡੀ ਖਬਰ ਇਹ ਹੈਗੀ ਆ ਕਿ ਕਿਸਾਨਾਂ ਤੋਂ ਬਾਅਦ ਪੁਲਿਸ ਨੇ ਪੱਤਰਕਾਰਾਂ ਦੇ ਉੱਤੇ ਹਮਲਾ ਕੀਤਾ ਹੈ। ਦੋ ਨਿਰਪੱਖ ਪੱਤਰਕਾਰ ਜਿਹੜੇ ਹੈਗੇ ਨੇ ਉਹਨਾਂ ਦਾ ਇੱਕ ਨਾਮ ਹੈਗਾ ਕਾਰਵਾਂ ਮੈਗਜ਼ੀਨ ਦਾ ਇੱਕ ਪੱਤਰਕਾਰ ਹੈ ਜਿਸ ਦਾ ਨਾਮ ਮਨਦੀਪ ਪੂਨੀਆ ਦੱਸਿਆ ਜਾ ਰਿਹਾ ਹੈ। ਮਨਦੀਪ ਪੂਨੀਆ ਉਹੀ ਪੱਤਰਕਾਰ ਹੈ ਜਦੋਂ ਕੱਲ ਕਿਸਾਨਾਂ ਦੇ ਉੱਤੇ ਪੱਥਰਬਾਜ਼ੀ ਹੋ ਰਹੀ ਸੀ, ਜਿਹੜੇ ਗੁੰਡੇ ਅੰਸਰ ਸ਼ਰਾਰਤੀ ਅੰਸਰ ਪੱਥਰਬਾਜ਼ੀ ਕਰ ਰਹੇ ਸਨ, ਜਦੋਂ ਪੁਲਿਸ ਹੱਸਦੀ ਪਈ ਸੀ ਉਹ ਤਸਵੀਰਾਂ ਮਨਦੀਪ ਪੂਨੀਆ ਦੇ ਵੱਲੋਂ ਕਵਰੇਜ ਕੀਤੀਆਂ ਜਾ ਰਹੀਆਂ ਸਨ। ਉਸ ਵੇਲੇ ਇਹ ਨੌਜਵਾਨ ਜਿਹੜਾ ਸੀ ਪੁਲਿਸ ਦੇ ਨਿਸ਼ਾਨੇ ਉੱਤੇ ਆ ਗਿਆ ਸੀਗਾ। ਇਸ ਤੋਂ ਬਾਅਦ ਇਸ ਨੌਜਵਾਨ ਨੂੰ ਹੁਣ ਪੁਲਿਸ ਨੇ ਬੁਰੀ ਤਰ੍ਹਾਂ ਕੁੱਟਿਆ ਹੈਗਾ। ਕੁੱਟ ਕੇ ਪੁਲਿਸ ਇਸ ਨੂੰ ਆਪਣੇ ਨਾਲ ਹੀ ਲੈ ਗਈ ਹੈ, ਪਰ ਹਾਲੇ ਤੱਕ ਨਹੀਂ ਪਤਾ ਚੱਲ ਰਿਹਾ ਕਿ ਇਹ ਪੱਤਰਕਾਰ ਕਿੱਥੇ ਗਾਇਬ ਕਰ ਦਿੱਤਾ ਹੈ। ਤੇ ਨਾਲ ਹੀ ਜਿਹੜਾ ਦੂਸਰਾ ਪੱਤਰਕਾਰ ਦੱਸਿਆ ਜਾ ਰਿਹਾ ਹੈ ਉਸ ਦਾ ਨਾਮ ਧਰਮਿੰਦਰ ਦੱਸਿਆ ਜਾ ਰਿਹਾ ਹੈ ਜੋ YouTube ਚੈਨਲ ਦੇ ਲਈ ਕੰਮ ਕਰਦਾ ਹੈ। ਇਸ ਦਾ ਵੀ ਹਾਲੇ ਤੱਕ ਕੋਈ ਪਤਾ ਨਹੀਂ ਹੈਗਾ ਕਿ ਪੁਲਿਸ ਨੇ ਇਸ ਨੂੰ ਕਿੱਥੇ ਲੈ ਗਈ ਹੈ ਚੁੱਕ ਕੇ, ਇਸ ਨਾਲ ਕੀ ਕੁਝ ਹੋਇਆ। ਸੋ ਇਸ ਤੋਂ ਇਲਾਵਾ ਇੱਕ PTC ਦੇ ਪੱਤਰਕਾਰ ਦੇ ਉੱਤੇ ਵੀ ਹਮਲਾ ਹੋਇਆ, ਉਸ ਨੂੰ ਵੀ ਪੁਲਿਸ ਚੁੱਕ ਕੇ ਲੈ ਗਈ ਸੀ ਪਰ ਉਸ ਨੂੰ ਬਾਅਦ ਦੇ ਵਿੱਚ ਛੱਡ ਦਿੱਤਾ ਗਿਆ। 1 ਘੰਟੇ ਬਾਅਦ ਉਸ ਨੂੰ ਛੱਡਿਆ ਗਿਆ। ਉਸ ਪੱਤਰਕਾਰ ਦਾ ਨਾਮ ਰਮਨਦੀਪ ਦੱਸਿਆ ਜਾ ਰਿਹਾ ਹੈ। ਸੋ ਇੱਕ ਵਾਰ ਤੁਹਾਨੂੰ ਦੁਬਾਰਾ ਦੱਸਦਾ ਕਿ ਵੱਡੀ ਖਬਰ ਜਿਹੜੀ ਆ ਰਹੀ ਹੈ ਸਿੰਘੂ ਬਾਰਡਰ ਦੇ ਉੱਤੇ ਪੁਲਿਸ ਕਵਰੇਜ ਨੂੰ ਰੋਕਣਾ ਚਾਹੁੰਦੀ ਹੈ। ਜਿਹੜੇ ਪੱਤਰਕਾਰ ਉੱਥੇ ਨਿਰਪੱਖ ਪੱਤਰਕਾਰੀ ਕਰ ਰਹੇ ਨੇ ਉਸ ਨੂੰ ਰੋਕਣਾ ਚਾਹੁੰਦੀ ਹੈ। ਮੋਦੀ ਸਰਕਾਰ ਦੇ ਰਾਜ ਦੇ ਵਿੱਚ ਜਦੋਂ ਸੱਤਾ ਦੇ ਉੱਤੇ ਮੋਦੀ ਸਰਕਾਰ ਦੀ ਸਰਕਾਰ ਹੋਵੇ, ਦੇਸ਼ ਦੇ ਉੱਤੇ ਰਾਜ ਕਰਦੀ ਹੋਵੇ, ਅਜੇ ਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਚੌਥਾ ਥੰਮ ਮੰਨਿਆ ਜਾਂਦਾ ਹੈ ਇਸ ਨੂੰ, ਤੇ ਲੋਕਤੰਤਰ ਦਾ ਇੱਕ ਵੱਡਾ ਥੰਮ ਹੈ ਪੱਤਰਕਾਰੀ, ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਹੁਤ ਸਾਰੇ ਇਸ ਤੋਂ ਪਹਿਲਾਂ ਵੀ ਕਈ ਬੁੱਧੀਜੀਵੀਆਂ ਨੇ ਜਦੋਂ ਆਵਾਜ਼ ਚੁੱਕੀ ਤਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਗਿਆ। ਸੋ ਹੁਣ ਜਿਹੜੀ ਵੱਡੀ ਖਬਰ ਆ ਰਹੀ ਹੈ ਦਿੱਲੀ ਦੀਆਂ ਬਰੂਹਾਂ ਉੱਤੇ ਪੱਤਰਕਾਰੀ ਨੂੰ ਰੁਕਾਉਣ ਲਈ, ਮੀਡੀਆ ਦੀ ਕਵਰੇਜ ਨੂੰ ਰੁਕਾਉਣ ਲਈ ਪੁਲਿਸ ਹੱਥਕੰਡੇ ਅਪਣਾ ਰਹੀ ਹੈ। ਜਿਹੜੀ ਖਬਰ ਆ ਰਹੀ ਹੈ ਕਾਰਵਾਂ ਮੈਗਜ਼ੀਨ ਦੇ ਪੱਤਰਕਾਰ ਮਨਦੀਪ ਪੂਨੀਆ ਨੂੰ ਪਹਿਲਾਂ ਕੁੱਟਿਆ ਗਿਆ, ਉਸ ਤੋਂ ਬਾਅਦ ਪੁਲਿਸ ਉਸ ਨੂੰ ਨਾਲ ਚੁੱਕ ਕੇ ਲੈ ਜਾਂਦੀ ਹੈ। ਅਲੀਪੁਰ ਥਾਣੇ ਦੇ ਬਾਹਰ ਵੱਡੀ ਗਿਣਤੀ ਵਿੱਚ ਉੱਥੇ ਪੱਤਰਕਾਰ ਇਕੱਠੇ ਹੋਏ ਨੇ। ਹਾਲ ਤੱਕ ਕੁਝ ਪਤਾ ਨਹੀਂ ਲੱਗ ਰਿਹਾ ਕਿ ਪੁਲਿਸ ਇਹਨਾਂ ਦੋਵਾਂ ਪੱਤਰਕਾਰਾਂ ਨੂੰ ਕਿੱਥੇ ਲੈ ਗਈ ਹੈ। ਪੁਲਿਸ ਮੀਡੀਆ ਦੇ ਵਿੱਚ ਇੱਕ ਖੌਫ ਪੈਦਾ ਕਰਨਾ ਚਾਹੁੰਦੀ ਹੈ ਤਾਂ ਜੋ ਮੀਡੀਆ ਇੱਥੇ ਆਪਣੇ ਆਪ ਕਵਰੇਜ ਘਟਾ ਦੇਵੇ ਤੇ ਘਰਾਂ ਨੂੰ ਪਰਤ ਜਾਵੇ। ਪਰ ਜਿਸ ਤਰੀਕੇ ਨਾਲ ਆ ਜਿਹੜੇ ਦਿਨ ਚੱਲ ਰਹੇ ਨੇ ਇੱਥੇ ਮੀਡੀਆ ਦਾ ਵੀ ਵੱਡਾ ਹਿੱਸਾ ਉੱਥੇ ਪੁੱਜਿਆ ਹੋਇਆ ਹੈ ਕਿਉਂਕਿ ਹਰ ਇੱਕ ਖਬਰ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਕਿ ਕਿਤੇ ਕੋਈ ਧੱਕਾ ਕਿਸੇ ਨਾਲ ਨਾ ਹੋ ਜਾਵੇ। ਜਿਹੜੀ ਕੱਲ ਖਬਰ ਆਈ ਸੀ ਕਿ ਸ਼ਰਾਰਤੀ ਅੰਸਰ ਜਿਹੜੇ ਆਏ ਸਨ ਉੱਥੇ ਪੱਥਰਬਾਜ਼ੀ ਕਰਨ, ਪੁਲਿਸ ਨੇ ਉਹਨਾਂ ਨੂੰ ਅੰਦਰ ਐਂਟਰ ਕਰਨ ਦਿੱਤਾ। ਉਹ 150 ਬੰਦਾ ਇੰਨੀ ਦੂਰ ਤੱਕ ਕਿਵੇਂ ਆ ਗਏ, ਉਹ ਇੱਕ ਸਵਾਲ ਬੜਾ ਵੱਡਾ ਬਣਿਆ ਹੋਇਆ ਸੀ। ਮੀਡੀਆ ਨੇ ਜਦੋਂ ਖਬਰ ਚੁੱਕੀ ਪੁਲਿਸ ਵਾਲਿਆਂ ਨੂੰ ਸਵਾਲਾਂ ਦੇ ਜਵਾਬ ਦੇਣੇ ਔਖੇ ਹੋ ਗਏ ਸੀ ਕਿਉਂਕਿ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਜਿੱਥੇ ਬੈਰੀਗੇਡਿੰਗ ਕੀਤੀ ਹੋਈ ਹੈ ਉਸ ਤੋਂ 1 ਕਿਲੋਮੀਟਰ ਪਹਿਲਾਂ ਮੀਡੀਆ ਦੀਆਂ ਗੱਡੀਆਂ ਰੋਕ ਦਿੱਤੀਆਂ ਜਾਂਦੀਆਂ ਨੇ, ਦੂਜੇ ਸਾਰੇ ਵਾਹਨ ਰੋਕ ਦਿੱਤੇ ਜਾਂਦੇ ਨੇ। ਫਿਰ 150 ਬੰਦਾ ਹੱਥਾਂ ਦੇ ਵਿੱਚ ਡਾਂਗਾਂ ਪੱਥਰ ਚੁੱਕ ਕੇ ਅੰਦਰ ਐਂਟਰ ਕਿਵੇਂ ਕਰ ਗਿਆ। ਜਿਸ ਵੇਲੇ ਇਹ ਸ਼ਰਾਰਤੀ ਅੰਸਰ ਔਰਤਾਂ ਦੇ ਟੈਂਟ ਦੇ ਉੱਤੇ ਪੱਥਰਬਾਜ਼ੀ ਕਰ ਰਹੇ ਸਨ, ਜਿੱਥੇ ਮਾਵਾਂ ਵੀ ਬੈਠੀਆਂ ਸਨ, ਭੈਣਾਂ ਵੀ ਬੈਠੀਆਂ ਸਨ, ਉਹਨਾਂ ਦੇ ਉੱਤੇ ਪੱਥਰਬਾਜ਼ੀ ਕਰ ਰਹੇ ਸਨ, ਟੈਂਟ ਪਾੜੇ ਜਾ ਰਹੇ ਸਨ। ਉਸ ਵੇਲੇ ਪੁਲਿਸ ਮੂਕ ਦਰਸ਼ਕ ਬਣ ਕੇ ਕਿਉਂ ਬੈਠੀ ਰਹੀ। ਬਾਅਦ ਦੇ ਵਿੱਚ ਜਦੋਂ ਮੀਡੀਆ ਨੇ ਸਵਾਲ ਚੁੱਕੇ ਤਾਂ ਪੁਲਿਸ ਹਰਕਤ ਦੇ ਵਿੱਚ ਜ਼ਰੂਰ ਆਈ ਸੀ, ਪਰ ਹੁਣ ਜਿਹੜੇ ਨਿਰਪੱਖ ਪੱਤਰਕਾਰੀ ਉੱਥੇ ਕਰਦੇ ਨੇ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੋ ਮਨਦੀਪ ਪੂਨੀਆ ਇੱਕ ਨਿਰਪੱਖ ਪੱਤਰਕਾਰ ਹੈ, ਇਸ ਦੀ ਵੱਡੀ ਕਵਰੇਜ ਰਹੀ ਹੈ ਸਿੰਘੂ ਬਾਰਡਰ ਦੇ ਉੱਤੇ। ਤੇ ਜੋ ਕਾਰਵਾਂ ਮੈਗਜ਼ੀਨ ਹੈਗੀ ਹੈ ਉਹ ਪਿਛਲੇ ਲੰਮੇ ਸਮੇਂ ਤੋਂ ਇਸ ਅੰਦੋਲਨ ਨੂੰ ਕਵਰੇਜ ਕਰ ਰਹੀ ਹੈ। ਹਰ ਖਬਰ ਉੱਤੇ ਬਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਸੀ। ਸੋ ਮਨਦੀਪ ਪੂਨੀਆ ਨੂੰ ਪੁਲਿਸ ਕਿੱਥੇ ਲੈ ਗਈ ਹੈ, ਇਸ ਉੱਤੇ ਮਾਰਕੁੱਟ ਕੀਤੀ ਗਈ। ਇਸ ਤੋਂ ਪਹਿਲਾਂ ਮਾਰਕੁੱਟ ਦੀਆਂ ਕਈ ਤਸਵੀਰਾਂ ਵੀ ਸਾਹਮਣੇ ਆਇਆ। ਧਰਮਿੰਦਰ ਜੋ ਪੱਤਰਕਾਰ ਹੈਗੇ ਨੇ ਉਹ YouTube ਚੈਨਲ ਦੇ ਵਾਸਤੇ ਕੰਮ ਕਰਦੇ ਨੇ ਤੇ ਉਹਨਾਂ ਦਾ ਵੀ ਕੋਈ ਪਤਾ ਨਹੀਂ ਲੱਗ ਰਿਹਾ ਉਹ ਕਿੱਥੇ ਹੈਗੇ ਨੇ। PTC ਦਾ ਪੱਤਰਕਾਰ ਛੱਡ ਦਿੱਤਾ ਗਿਆ ਹੈ ਫਿਲਹਾਲ, ਲੇਕਿਨ ਇਹ ਆਪਣੇ ਆਪ ਦੇ ਵਿੱਚ ਮੀਡੀਆ ਦੇ ਉੱਤੇ ਇੱਕ ਵੱਡਾ ਹਮਲਾ ਹੈਗਾ ਕਿਉਂਕਿ ਇਸ ਤੋਂ ਪਹਿਲਾਂ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਨੌਜਵਾਨ ਸ਼ਾਮਲ ਹੋਏ ਸੀ, ਭਾਵੇਂ ਟਰੈਕਟਰ ਪੇੜ ਦੇ ਵਿੱਚ ਸ਼ਾਮਲ ਹੋਈ ਸੀ, ਉਹਨਾਂ ਨੌਜਵਾਨਾਂ ਦਾ ਵੀ ਕੁਝ ਪਤਾ ਨਹੀਂ ਲੱਗ ਰਿਹਾ ਕਿੱਥੇ ਨੇ। ਕੋਈ ਕਹਿ ਰਿਹਾ ਕਿ ਉਹ ਤਿਹਾੜ ਜੇਲ੍ਹ ਦੇ ਵਿੱਚ ਨੇ, ਕੋਈ ਕਹਿ ਰਿਹਾ ਕਿੱਥੇ ਨੇ। ਉਹਨਾਂ ਦੇ ਜਿਹੜੇ ਪਰਿਵਾਰ ਹੈਗੇ ਨੇ ਉਹ ਪਰੇਸ਼ਾਨ ਹੋ ਰਹੇ ਨੇ। ਤੇ ਜਿਹੜਾ ਮਨਦੀਪ ਪੂਨੀਆ ਉਸ ਵੇਲੇ ਵੀ ਕੱਲ ਕਵਰੇਜ ਕਰ ਰਿਹਾ ਸੀ ਜਦੋਂ ਪੁਲਿਸ ਇੱਕ ਸਿੱਖ ਨੌਜਵਾਨ ਨੂੰ ਘੜੀਸ ਕੇ ਲੈ ਕੇ ਜਾ ਰਹੀ ਸੀ ਤੇ ਜਬਰੀ ਚੁੱਕ ਕੇ ਉਸਨੇ ਉਸ ਨੌਜਵਾਨ ਨੂੰ ਗੱਡੀ ਦੇ ਵਿੱਚ ਸਿੱਟ ਲਿਆ ਸੀ। ਉਸ ਵੇਲੇ ਵੀ ਮਨਦੀਪ ਪੂਨੀਆ ਇਹ ਕਵਰੇਜ ਕਰ ਰਹੇ ਸਨ ਤੇ ਇਹ ਪੱਤਰਕਾਰ ਪੁਲਿਸ ਦੇ ਨਿਸ਼ਾਨੇ ਦੇ ਉੱਤੇ ਸੀਗਾ। ਸੋ ਇਸ ਵੇਲੇ ਦੀ ਵੱਡੀ ਖਬਰ ਸਾਰੇ ਪੱਤਰਕਾਰ ਭਾਈਚਾਰੇ ਨੂੰ ਇਸ ਦਾ ਸਖਤ ਨੋਟਿਸ ਲੈਣਾ ਚਾਹੀਦਾ ਹੈ। ਮੋਦੀ ਸਰਕਾਰ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਇੱਥੇ ਪੱਤਰਕਾਰਾਂ ਨੂੰ ਆਜ਼ਾਦੀ ਨਾਲ ਕੰਮ ਕਰਨ ਦਿੱਤਾ ਜਾਵੇ। ਜੇ ਇਸ ਤਰੀਕੇ ਨਾਲ ਜੇ ਸਰਕਾਰਾਂ ਕਰਨਗੀਆਂ, ਪੁਲਿਸ ਹੱਥਕੰਡੇ ਅਪਣਾਊਗੀ ਤਾਂ ਸਾਡਾ ਦੇਸ਼ ਤਾਨਾਸ਼ਾਹ ਵੱਲ ਵੱਧ ਸਕਦਾ ਹੈ ਤੇ ਦੇਸ਼ ਦਾ ਜਿਹੜਾ ਮਾਹੌਲ ਹੈਗਾ ਹੋਰ ਜ਼ਿਆਦਾ ਖਰਾਬ ਹੋ ਸਕਦਾ ਹੈ। ਸੋ ਪੱਤਰਕਾਰ ਵੀ ਆਪਣੀ ਜਾਨ
ਖਤਰੇ ਦੇ ਵਿੱਚ ਪਾ ਕੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਲਗਾਤਾਰ ਕਵਰੇਜ ਕਰ ਰਹੇ ਨੇ। ਉਹਨਾਂ ਦਾ ਸਨਮਾਨ ਕਰਨ ਦੀ ਬਜਾਏ ਸਰਕਾਰ ਉਹਨਾਂ ਦੇ ਉੱਤੇ ਵੀ ਸ਼ਿਕੰਜਾ ਕੱਸ ਰਹੀ ਹੈ, ਭਾਵੇਂ ਪੁਲਿਸ ਦੇ ਜ਼ਰੀਏ ਕੱਸ ਰਹੀ ਹੈ। ਪੁਲਿਸ ਦੀ ਇਸ ਕਾਰਵਾਈ ਦੀ ਪੱਤਰਕਾਰ ਭਾਈਚਾਰੇ ਦੇ ਵੱਲੋਂ ਨਿਖੇਧੀ ਕੀਤੀ ਗਈ ਹੈ। ਅਲੀਪੁਰ ਪੁਲਿਸ ਸਟੇਸ਼ਨ ਦੇ ਬਾਹਰ ਹਾਲੇ ਵੀ ਵੱਡੀ ਗਿਣਤੀ ਦੇ ਵਿੱਚ ਪੱਤਰਕਾਰ ਉੱਥੇ ਖੜੇ ਹੋਏ ਨੇ। ਸਾਡੀ ਉਹਨਾਂ ਨਾਲ ਗੱਲਬਾਤ ਹੋਈ ਹੈ। ਉਹਨਾਂ ਦਾ ਕਹਿਣਾ ਹੈ ਕਿ ਹਾਲੇ ਪੁਲਿਸ ਕੋਈ ਜਵਾਬ ਨਹੀਂ ਦੇ ਰਹੀ ਕਿ ਇਹਨਾਂ ਦੋ ਪੱਤਰਕਾਰਾਂ ਨੂੰ ਚੁੱਕ ਕੇ ਕਿੱਥੋਂ ਲੈ ਗਈ ਹੈ। ਪਰ ਇੱਕ ਪੱਤਰਕਾਰ ਨਾਲ ਸਾਡੀ ਗੱਲਬਾਤ ਹੁਣੇ ਹੋਈ ਹੈ। ਉਹਨਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਥੋੜੀ ਦੇਰ ਤੱਕ ਪੁਲਿਸ ਇਹਨਾਂ ਨੂੰ ਛੱਡ ਦੇਵੇ, ਕਿਉਂਕਿ ਪੁਲਿਸ ਦੇ ਉੱਤੇ ਲਗਾਤਾਰ ਪ੍ਰੈਸ਼ਰ ਬਣਦਾ ਜਾ ਰਿਹਾ ਹੈ। ਪਰ ਸਵਾਲ ਖਾਲੀ ਇਹਨਾਂ ਪੱਤਰਕਾਰਾਂ ਦਾ ਹੀ ਨਹੀਂਗਾ, ਸਵਾਲ ਤਾਂ ਉਹਨਾਂ ਨੌਜਵਾਨਾਂ ਦਾ ਵੀ ਹੈਗਾ ਜਿਹੜੇ ਹੁਣ ਤੱਕ ਪੁਲਿਸ ਨੇ ਚੁੱਕੇ ਨੇ। ਉਹ ਕਿਹੜੀਆਂ ਜੇਲ੍ਹਾਂ ਦੇ ਵਿੱਚ ਨੇ, ਕਿੱਥੇ ਡੱਕੇ ਹੋਏ ਨੇ। ਸਰਕਾਰ ਨੂੰ, ਪੁਲਿਸ ਪ੍ਰਸ਼ਾਸਨ ਨੂੰ ਜਵਾਬ ਦੇਣਾ ਪਊਗਾ, ਕਿਉਂਕਿ ਉਹ ਇਸੇ ਦੇਸ਼ ਦੇ ਨਾਗਰਿਕ ਨੇ। ਸੋ ਇਸ ਕਰਕੇ ਸਿੰਘੂ ਬਾਰਡਰ ਦੇ ਉੱਤੇ ਜੇ ਕਵਰੇਜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਸਰਕਾਰ ਸਵਾਲਾਂ ਦੇ ਘੇਰੇ ਦੇ ਵਿੱਚ ਆਪਣੇ ਆਪ ਜ਼ਰੂਰ ਆ ਜਾਊਗੀ। ਇਸ ਕਰਕੇ ਉੱਥੇ ਇੰਟਰਨੈਟ ਵੀ ਬੰਦ ਕੀਤਾ ਹੋਇਆ ਹੈ। ਬਹੁਤ ਸਾਰੇ ਪੱਤਰਕਾਰ ਦੇ ਜਿਹੜੇ ਇੱਥੇ ਘਰ ਵਾਲੇ ਬਾਹਰ ਪਿੱਛੋਂ ਬੈਠੇ ਨੇ, ਪਰਿਵਾਰਕ ਮੈਂਬਰ ਨੇ, ਉਹ ਚਿੰਤਤ ਜ਼ਰੂਰ ਹੋ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜੇ ਪੱਤਰਕਾਰਾਂ ਨੂੰ ਉੱਥੇ ਕਵਰੇਜ ਕਰਨ ਤੋਂ ਰੋਕਿਆ ਜਾਂਦਾ ਹੈ, ਉੱਥੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ, ਤੇ ਇਹ ਆਪਣੇ ਪਰਿਵਾਰਾਂ ਨਾਲ ਸੰਪਰਕ ਕਿਵੇਂ ਕਰਨ, ਕਿੱਥੇ ਜਾਣ। ਇਸ ਕਰਕੇ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਦੇ ਵਿੱਚ ਮਾਹੌਲ ਖਰਾਬ ਹੋ ਸਕਦਾ ਹੈ। ਜੇ ਪੂਰੇ ਦੇਸ਼ ਦਾ ਭਾਈਚਾਰਾ ਸਰਕਾਰ ਦੇ ਵਿਰੁੱਧ ਖੜਾ ਹੋ ਗਿਆ, ਸਰਕਾਰ ਨੂੰ ਜਵਾਬ ਦੇਣਾ ਔਖਾ ਹੋ ਜਾਏਗਾ। ਇਸ ਕਰਕੇ ਸਰਕਾਰ ਨੂੰ ਵੀ ਚਾਹੀਦਾ ਹੈ, ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਪੱਤਰਕਾਰਾਂ ਨੂੰ ਕਵਰੇਜ ਵੇਲੇ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਪਹਿਲਾਂ ਵੀ ਬਹੁਤ ਸਾਰੇ ਪੱਤਰਕਾਰਾਂ ਦੇ ਉੱਤੇ ਹਮਲੇ ਹੋਏ ਨੇ। ਉਹ ਜਦੋਂ ਦਿੱਲੀ ਦੀ ਬਰੂਹਾਂ ਉੱਤੇ ਕਵਰੇਜ ਕਰ ਰਹੇ ਸਨ ਤਾਂ ਉਸ ਵੇਲੇ ਉਹਨਾਂ ਦੇ ਉੱਤੇ ਵੀ ਕਈ ਡਾਂਗਾਂ ਬਰਾਈਆਂ ਗਈਆਂ। ਇਸ ਕਰਕੇ ਹੁਣ ਪੱਤਰਕਾਰ ਆਪਣੇ ਭਰਾਵਾਂ ਨੂੰ ਲੱਭ ਰਹੇ ਨੇ ਕਿ ਜਿਹੜੇ ਪੱਤਰਕਾਰ ਪੁਲਿਸ ਨੇ ਚੁੱਕੇ ਨੇ ਉਹ ਕਿੱਥੇ ਹੈਗੇ ਨੇ। ਚਿੰਤਾ ਸਭ ਨੂੰ ਹੋ ਰਹੀ ਹੈ, ਕਿਉਂਕਿ ਪੱਤਰਕਾਰ ਭਾਈਚਾਰਾ ਉੱਥੇ ਬੇਸ਼ੱਕ ਇੱਕ ਆਪਸ ਦੇ ਸੰਪਰਕ ਦੇ ਵਿੱਚ ਹੈਗਾ, ਪਰ ਇੰਟਰਨੈਟ ਸੇਵਾਵਾਂ ਬੰਦ ਹੋਣ ਕਰਕੇ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਜਿਹੜਾ ਹੈਗਾ ਉਹ ਸਾਹਮਣਾ ਕਰਨਾ ਪੈ ਰਿਹਾ ਹੈ। ਸੋ ਜਿਹੜੇ ਵੀ ਵੀਰ ਪ੍ਰੋਗਰਾਮ ਨੂੰ ਦੇਖ ਰਹੇ ਨੇ, ਉਹ ਪ੍ਰੋਗਰਾਮ ਨੂੰ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਤੁਸੀਂ, ਤਾਂ ਜੋ ਹਰ ਇੱਕ ਬੰਦੇ ਤੱਕ ਖਬਰ ਜਾਣੀ ਚਾਹੀਦੀ ਹੈ ਕਿ ਇਹ ਜਿਹੜੇ ਦੋ ਪੱਤਰਕਾਰ ਪੁਲਿਸ ਨੇ ਗਾਇਬ ਕੀਤੇ ਨੇ, ਇਹ ਪੁਲਿਸ ਉਹਨਾਂ ਨੂੰ ਕਿੱਥੇ ਲੈ ਗਈ ਹੈ। ਉਸ ਤੋਂ ਪਹਿਲਾਂ ਜਿਹੜੀ ਮਾਰਕੁੱਟ ਹੋਈ ਹੈ ਉਸ ਦਾ ਪੁਲਿਸ ਨੂੰ ਜਵਾਬ ਦੇਣਾ ਪਏਗਾ ਕਿ ਕਿਸ ਆਧਾਰ ਦੇ ਉੱਤੇ ਪੱਤਰਕਾਰ ਦੇ ਨਾਲ ਤੁਸੀਂ ਮਾਰਕੁੱਟ ਕੀਤੀ ਗਈ। ਕਿ ਇਸ ਦੇਸ਼ ਦੇ ਵਿੱਚ ਹੁਣ ਖਬਰ ਦੀ ਕਵਰੇਜ ਕਰਨਾ ਗੁਨਾਹ ਹੋ ਗਿਆ, ਕਿ ਸਾਡਾ ਦੇਸ਼ ਤਾਨਾਸ਼ਾਹੀ ਹੋ ਗਿਆ, ਕਿ ਇੱਥੇ ਅਸੀਂ ਖਬਰ ਨਿਰਪੱਖ ਹੋ ਕੇ ਕਵਰੇਜ ਨਹੀਂ ਕਰ ਸਕਦੇ। ਪੱਤਰਕਾਰਾਂ ਨੂੰ ਕਿਉਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਗਾਤਾਰ ਨਿਆਂ ਪ੍ਰਣਾਲੀ ਦੇ ਉੱਤੇ ਸਵਾਲ ਉੱਠੇ, ਹੁਣ ਮੀਡੀਆ ਦੇ ਉੱਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ। ਇੱਕ ਮੀਡੀਆ ਦਾ ਹਿੱਸਾ ਜਿਹੜਾ ਸਿਆਸੀ ਟੂਲ ਬਣ ਚੁੱਕਿਆ ਹੈ, ਉਸ ਉੱਤੇ ਵੀ ਸਵਾਲ ਉੱਠੇ ਨੇ। ਸੋ ਸਾਡਾ ਦੇਸ਼ ਕਿਸ ਦਿਸ਼ਾ ਵੱਲ ਜਾ ਰਿਹਾ ਹੈ, ਸਰਕਾਰ ਨੂੰ ਜਵਾਬ ਹਰ ਇੱਕ ਸਵਾਲ ਦਾ ਦੇਣਾ ਹੋਏਗਾ। ਨਿਰਪੱਖ ਜਿਹੜੇ ਪੱਤਰਕਾਰ ਨੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਹਮਲੇ ਬਰਦਾਸ਼ਤ ਨਹੀਂ ਕੀਤੇ, ਕਿਸੇ ਤਰ੍ਹਾਂ ਦੇ ਵੀ ਪੱਤਰਕਾਰ ਉੱਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਅਸੀਂ ਤਾਂ ਇੱਥੋਂ ਤੱਕ ਵੀ ਕਹਾਂਗੇ ਕਿ ਜੋ ਭਾਵੇਂ ਮੀਡੀਆ ਦੇ ਹਿੱਸੇ ਤੇ ਦੋਸ਼ ਲੱਗਦੇ ਨੇ, ਪਰ ਉਹਨਾਂ ਦੇ ਵੀ ਪੱਤਰਕਾਰਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ, ਕਿਉਂਕਿ ਉਹ ਤਾਂ ਮੁਲਾਜ਼ਮ ਨੇ, ਉਹਨਾਂ ਨੇ ਖਬਰ ਕਵਰੇਜ ਕਰਕੇ ਭੇਜ ਦੇਣੀ ਹੁੰਦੀ ਹੈ। ਉੱਤੋਂ ਦੀ ਖਬਰ ਨੂੰ ਕੁਝ ਹੋਰ ਬਣਾ ਕੇ ਬੇਸ਼ੱਕ ਪੇਸ਼ ਕੀਤਾ ਜਾਂਦਾ ਹੈ ਗੋਦੀ ਮੀਡੀਆ ਦੇ ਵੱਲੋਂ, ਲੇਕਿਨ ਜਿਹੜੇ ਪੱਤਰਕਾਰ ਵੀ ਕਵਰੇਜ ਉੱਥੇ ਕਰ ਰਹੇ ਨੇ ਉਹਨਾਂ ਨੂੰ ਵੀ ਪੂਰਾ ਹੱਕ ਹੈਗਾ ਖਬਰ ਨੂੰ ਕਵਰੇਜ ਕਰਨ ਦਾ। ਉਹ ਆਪਣੀ ਉੱਥੇ ਡਿਊਟੀ ਨਿਭਾ ਰਹੇ ਨੇ। ਸੋ ਇਸ ਕਰਕੇ ਪੱਤਰਕਾਰਾਂ ਦੇ ਉੱਤੇ ਹਮਲੇ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ। ਪੱਤਰਕਾਰ ਭਾਈਚਾਰਾ ਇਕੱਠਾ ਹੋ ਰਿਹਾ, ਅਲੀਪੁਰ ਥਾਣੇ ਦੇ ਅੱਗੇ ਵੀ ਉੱਥੇ ਇਕੱਠਾ ਹੋਇਆ। ਸੋ ਹੁਣ ਦੇਖਣਾ ਹੋਏਗਾ ਕਿ ਪੁਲਿਸ ਕਿੰਨੀ ਛੇਤੀ ਇਹਨਾਂ ਨੌਜਵਾਨਾਂ ਨੂੰ ਰਿਹਾ ਕਰਦੀ ਹੈ। ਲੇਕਿਨ ਇਸ ਘਟਨਾ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਓਨੀ ਹੀ ਘੱਟ ਹੈ, ਕਿਉਂਕਿ ਇਹ ਘਟਨਾ ਬਰਦਾਸ਼ਤ ਤੋਂ ਪਰੇ ਹੈ। ਕਿਉਂਕਿ ਮੀਡੀਆ ਦਾ ਕੰਮ ਹੁੰਦਾ ਹੈ, ਜਦੋਂ ਸਰਕਾਰਾਂ, ਜਦੋਂ ਪ੍ਰਸ਼ਾਸਨ ਗਲਤ ਦਿਸ਼ਾ ਵੱਲ ਚੱਲਦਾ ਹੈ, ਗਲਤ ਫੈਸਲੇ ਲੈਂਦਾ ਹੈ, ਤੇ ਮੀਡੀਆ ਸਰਕਾਰਾਂ ਦੀ ਵੀ ਕੰਨ ਖਿੱਚਦੀ ਹੈ ਕਿ ਤੁਸੀਂ ਗਲਤ ਚੱਲ ਰਹੇ ਹੋ। ਪਰ ਲੇਕਿਨ ਅੱਜ ਜੇ ਮੀਡੀਆ ਨੂੰ ਸਾਡੇ ਦੇਸ਼ ਭਾਰਤ ਦੇ ਵਿੱਚ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪੂਰੇ ਵਿਸ਼ਵ ਦੇ ਵਿੱਚ ਇੱਕ ਬਦਨਾਮੀ ਜ਼ਰੂਰ ਹੋਏਗੀ ਭਾਰਤ ਸਰਕਾਰ ਦੀ। ਕਿਉਂਕਿ ਜਿੱਥੇ ਵੀ ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਮੀਡੀਆ ਦੱਬੀ ਨਹੀਂ। ਉਹ ਭਾਵੇਂ ਵੱਡੇ ਵੱਡੇ ਮੁਲਕ ਹੋਣ, ਅਸੀਂ ਅਮਰੀਕਾ ਦੀਆਂ ਵੀ ਤਸਵੀਰਾਂ ਦੇਖੀਆਂ ਨੇ, ਉੱਥੇ ਵੀ ਇੱਕ ਸਮਾਂ ਆਇਆ ਸੀ ਜਦੋਂ ਤਾਨਾਸ਼ਾਹੀ ਕੀਤੀ ਗਈ ਸੀ, ਲੇਕਿਨ ਉੱਥੇ ਵੀ ਸਰਕਾਰਾਂ ਬਦਲਦੀਆਂ ਅਸੀਂ ਦੇਖੀਆਂ ਨੇ। ਇਸ ਕਰਕੇ ਮੀਡੀਆ ਦੇ ਉੱਤੇ ਜਿਹੜਾ ਹਮਲਾ ਹੋਇਆ ਉਹ ਇੱਕ ਵੱਡਾ ਹਮਲਾ ਹੈਗਾ। ਦੋ ਪੱਤਰਕਾਰ ਗਾਇਬ ਕੀਤੇ ਗਏ ਨੇ ਪੁਲਿਸ ਦੇ ਵੱਲੋਂ, ਉਹਨਾਂ ਨਾਲ ਮਾਰਕੁੱਟ ਕੀਤੀ ਗਈ ਹੈ। ਇਸ ਕਰਕੇ ਹੁਣ ਦੇਖਣਾ ਇਹ ਹੋਵੇਗਾ ਕਿ ਜੋ ਮਨਦੀਪ ਪੂਨੀਆ ਪੱਤਰਕਾਰ ਹੈ, ਕਾਰਵਾਂ ਮੈਗਜ਼ੀਨ ਦਾ ਇਹ ਪੱਤਰਕਾਰ ਹੈ, ਉਹ ਕਿੱਥੇ ਹੈਗਾ। ਉਸ ਦੀ ਭਾਲ ਹਾਲੇ ਵੀ ਜਾਰੀ ਹੈਗੀ ਹੈ, ਪਰ ਸਾਰੇ ਮੀਡੀਆ ਪਰਸਨ ਨੂੰ ਇਕੱਠੇ ਹੋਣ ਦੀ ਲੋੜ ਹੈ। ਉਹ ਖਾਲੀ ਸਿੰਘੂ ਬਾਰਡਰ ਦੇ ਉੱਤੇ ਹੀ ਨਹੀਂ, ਅੱਜ ਦੇਸ਼ ਦੇ ਮੀਡੀਆ ਨੂੰ ਜਾਗਣ ਦੀ ਲੋੜ ਹੈ। ਜੇ ਇਸੇ ਤਰ੍ਹਾਂ ਪੱਤਰਕਾਰਾਂ ਦੇ ਉੱਤੇ ਹਮਲੇ ਹੁੰਦੇ ਰਹੇ ਤਾਂ ਜਿਹੜੀਆਂ ਸੱਚੀਆਂ ਖਬਰਾਂ ਹੈਗੀਆਂ ਨੇ ਉਹ ਲੋਕਾਂ ਤੱਕ ਕੌਣ ਪਹੁੰਚਾਊਗਾ। ਇਸ ਕਰਕੇ ਪੂਰੀ ਦੁਨੀਆ ਦੀ, ਪੂਰੇ ਦੇਸ਼ ਦੇ ਲੋਕਾਂ ਦੀ ਡਿਊਟੀ ਬਣ ਜਾਂਦੀ ਹੈ ਕਿ ਉਹ ਵੀ ਪੱਤਰਕਾਰਾਂ ਦਾ ਸਾਥ ਦੇਣ, ਤਾਂ ਜੋ ਜਿਹੜੀਆਂ ਸੱਚੀਆਂ ਖਬਰਾਂ ਪੱਤਰਕਾਰ ਅੰਦਰੋਂ ਕੱਢ ਕੇ ਲਿਆਉਂਦੇ ਨੇ ਆਪਣੀ ਜਾਨ ਉੱਤੇ ਖੇਡ ਕੇ, ਉਹ ਲੋਕਾਂ ਤੱਕ ਆਉਂਦੀਆਂ ਰਹਿਣ। ਸੋ ਦੇਖਣਾ ਹੋਏਗਾ ਕਿ ਹੁਣ ਜਿਹੜੇ ਲੋਕ ਹੈਗੇ ਨੇ ਉਹ ਪੱਤਰਕਾਰ ਭਾਈਚਾਰੇ ਨਾਲ ਕਿਸ ਤਰ੍ਹਾਂ ਖੜੇ ਹੁੰਦੇ ਨੇ। ਪਰ ਉਮੀਦ ਕਰਦੇ ਹਾਂ ਅਸੀਂ ਕਿ ਛੇਤੀ ਤੋਂ ਛੇਤੀ ਪੁਲਿਸ ਜਿਹੜੇ ਇਹ ਦੋ ਨੌਜਵਾਨ ਹੈਗੇ ਨੇ ਪੱਤਰਕਾਰ, ਇਹਨਾਂ ਨੂੰ ਰਿਹਾ ਕਰੇਗੀ। ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਹਾਲੇ ਚਿੰਤਤ ਹੈ। ਅਲੀਪੁਰ ਥਾਣੇ ਦੇ ਬਾਹਰ ਖੜਾ ਹੋਇਆ ਹੈ।
ਦਿੱਲੀ ਪੁਲਿਸ ਦੇ ਉੱਤੇ ਲਗਾਤਾਰ ਸਵਾਲ ਉੱਠ ਰਹੇ ਨੇ। ਦਿੱਲੀ ਪੁਲਿਸ ਕਈ ਵਾਰ ਨਿਸ਼ਾਨੇ ਉੱਤੇ ਆ ਚੁੱਕੀ ਹੈ। ਉਹ ਭਾਵੇਂ ਕਈ ਸ਼ੱਕੀ ਫੜੇ ਗਏ ਨੇ, ਉਹਨਾਂ ਨੇ ਵੀ ਦਿੱਲੀ ਪੁਲਿਸ ਦਾ ਨਾਮ ਲਿਆ ਕਈ ਥਾਵਾਂ ਦੇ ਉੱਤੇ ਕਿ ਦਿੱਲੀ ਪੁਲਿਸ ਇਸ ਅੰਦੋਲਨ ਨੂੰ ਤਾਰ-ਪੀੜੋ ਕਰਨਾ ਚਾਹੁੰਦੀ ਹੈ, ਇੱਥੇ ਹਥਿਆਰ, ਲੇਕਿਨ ਜਿਹੜੀ ਜਾਂਚ ਹੁੰਦੀ ਹੈ ਜਾਂਚ ਦੇ ਵਿੱਚ ਕੁਝ ਸਾਹਮਣੇ ਨਹੀਂ ਆਉਂਦਾ। ਇਸ ਕਰਕੇ ਦਿੱਲੀ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਨਾ ਆਏ। ਪੁਲਿਸ ਨੂੰ ਵੀ ਚਾਹੀਦਾ ਹੈ ਕਿ ਆਪਣਾ ਅਕਸ ਉਹ ਬਹਾਲ ਰੱਖੇ। ਜਿਹੜੀ ਲੋਕਾਂ ਦੇ ਵਿੱਚ ਮਰਿਆਦਾ ਬਣੀ ਹੋਈ ਹੈ, ਜਿਹੜੀ ਪੁਲਿਸ ਹੈਗੀ ਹੈ, ਪੁਲਿਸ ਜਨਤਾ ਦੀ ਨੌਕਰ ਹੈਗੀ ਹੈ, ਉਹਨਾਂ ਦੀ ਸੁਰੱਖਿਆ ਲਈ ਹੈਗੀ ਹੈ। ਲੇਕਿਨ ਜੇ ਪੁਲਿਸ ਹੀ ਜਨਤਾ ਦੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਪਾ ਦਿੰਦੀ ਹੈ ਤੇ ਫਿਰ ਆਪਣੇ ਆਪ ਦਿੱਲੀ ਪੁਲਿਸ ਦੇ ਉੱਤੇ, ਖਾਸ ਤੌਰ ਤੇ ਖਾਕੀ ਦੇ ਉੱਤੇ ਸਵਾਲ ਉੱਠਣਗੇ। ਸੋ ਮੈਨੂੰ ਅਮਨ ਮੋਹਨ ਮੁਜਾਲ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰ ਟੀਵੀ। ਸਤਿ ਸ਼੍ਰੀ ਅਕਾਲ।